ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਵਿੰਦਰ ਸਿੰਘ ਰਾਏਪੁਰ ਮੌਜੂਦ ਨੇ। ਕਿਸਾਨੀ ਅੰਦੋਲਨ ਦੇ ਵਿਚਾਲੇ ਜਦੋਂ ਕਿਸਾਨ ਸੜਕਾਂ ਤੇ ਬੈਠੇ ਹੋਏ ਨੇ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਗੁਰਦੁਆਰਾ ਸਾਹਿਬ ਰਕਾਬਗੰਜ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਤਾਂ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਕਿਸਾਨਾਂ ਨੂੰ ਕਿਉਂ ਨਹੀਂ ਸੁਣਿਆ ਜਾਂਦਾ? ਗੁਰੂ ਘਰ ਦੇ ਵਿੱਚ ਪਹੁੰਚ ਕੇ ਜਿਹੜਾ ਉੱਥੇ ਅਰਦਾਸ ਕਰਵਾਈ ਜਾ ਰਹੀ ਹੈ, ਉੱਥੇ ਨਤਮਸਤਕ ਹੋ ਰਹੇ ਨੇ। ਇਸ ਤੋਂ ਇਲਾਵਾ ਅਡਾਨੀ ਗਰੁੱਪ ਹੈ ਜਿਹੜਾ, ਉਹਨਾਂ ਦੇ ਵੱਲੋਂ ਸਫਾਈਆਂ ਦਿੱਤੀਆਂ ਜਾ ਰਹੀਆਂ। ਕਮਾਲ ਦੀ ਗੱਲ ਹੈ। ਸਵਾਲ ਉੱਠਦੇ ਨੇ ਕਿ ਇਹੋ ਜਿਹੇ ਮਸਲੇ ਦੇ ਵਿੱਚ ਪਹਿਲਾਂ ਕਿਉਂ ਨਹੀਂ ਸਫਾਈ ਦਿੱਤੀ ਗਈ, ਹੁਣ ਸਫਾਈ ਕਿਉਂ ਦਿੱਤੀ ਜਾ ਰਹੀ ਹੈ। ਤਮਾਮ ਖਬਰਾਂ ਹੋਣਗੀਆਂ, ਨਾਲੋਂ ਨਾਲ ਅਸੀਂ ਖਬਰਾਂ ਤੇ ਵਿਚਾਰ ਕਰਦੇ ਰਹਾਂਗੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ ਲੋਕਾਂ ਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵਿੰਦਰ ਜੀ। ਪਰਮਿੰਦਰ ਜੀ, ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਜਿਹੜਾ ਅੱਜ ਮੱਥਾ ਟੇਕ ਕੇ ਆਏ ਨੇ ਉਹਦੇ ਉੱਤੇ ਗੱਲ ਕਰਦੇ ਹਾਂ ਕਿ ਕਿਸਾਨਾਂ ਦੇ ਨਾਲ ਗੱਲਬਾਤ ਨਹੀਂ ਹੋ ਰਹੀ। ਮਨ ਕੀ ਬਾਤ ਵੀ ਕਰ ਲੈਂਦੇ ਨੇ, ਮੱਥਾ ਵੀ ਟੇਕ ਲੈਂਦੇ ਨੇ। ਸੁਖਵਿੰਦਰ ਜੀ, ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਗੁਰੂ ਦਾ ਦੁਆਰ ਹੈ, ਵੈਸੇ ਨੋਰਮਲ ਗੱਲ ਹੈ ਤਾਂ ਉਹ ਸਾਰਿਆਂ ਦੇ ਲਈ ਸਾਂਝਾ ਹੈ। ਬਿਲਕੁਲ। ਸਿੱਖ ਧਰਮ ਦੇ ਵਿੱਚ ਜਿੱਦਾਂ ਤੁਸੀਂ ਕਨਸੈਪਟ ਦੇਖਿਆ ਹੀ ਹੈ, ਜਿੱਦਾਂ ਹੁਣ ਤੱਕ ਗੱਲਾਂ ਹੁੰਦੀਆਂ ਆਈਆਂ ਨੇ, ਦਰਬਾਰ ਸਾਹਿਬ ਦਾ ਕਨਸੈਪਟ ਹੈ ਜਾਂ ਕਿਸੇ ਤਰ੍ਹਾਂ ਦਾ 4 ਦਰਵਾਜ਼ੇ ਰੱਖੇ, 4 ਦਿਸ਼ਾਵਾਂ ਦੇ 4 ਵਰਨਾਂ ਦੇ, ਜਿਹੜੇ ਮਰਜ਼ੀ ਆ ਕੇ ਉੱਥੇ ਸਜਦਾ ਕਰ ਸਕਦੇ ਹੈ, ਉਪਦੇਸ਼ ਲੈ ਸਕਦੇ ਆ। ਜਾਂ ਤੇ ਸਿੱਖ ਧਰਮ ਦਾ ਜਿਹੜਾ ਬਹੁਤ ਵੱਡਾ ਕਹਿ ਲਓ ਕਿ ਆਪਾਂ ਕਹਿ ਸਕਦੇ ਹਾਂ ਕਿ ਦਾਇਰਾ ਹੈਗਾ, ਸਾਰਿਆਂ ਨੂੰ ਆਪਣੇ ਵਿੱਚ ਸਮੋਇਆ ਹੋਇਆ। ਬਿਲਕੁਲ। ਸੋ ਇੱਕ ਨਜ਼ਰੀਆ ਇਹ ਹੈ ਕਿ ਜੇ ਇਸ ਨਜ਼ਰੀਏ ਤੋਂ ਦੇਖੀਏ ਤਾਂ ਜੇ ਅੱਜ ਗਏ ਨੇ ਤਾਂ ਕੋਈ ਵੱਡੀ ਗੱਲ ਨਹੀਂ, ਜਾ ਕੇ ਕੋਈ ਵੀ ਉੱਥੇ ਨਤਮਸਤਕ ਹੋ ਸਕਦਾ, ਮੱਥਾ ਟੇਕ ਸਕਦਾ, ਠੀਕ ਹੈ, ਗੁਰਬਾਣੀ ਸੁਣ ਸਕਦਾ, ਪੜ੍ਹ ਸਕਦਾ, ਕਿਸੇ ਨੂੰ ਕੋਈ ਰੋਕ ਨਹੀਂ। ਹਾਂ, ਦੂਜੀ ਗੱਲ ਇਹ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ, ਕਦੋਂ ਜਾਣਾ ਹੋਇਆ, ਪਹਿਲਾਂ ਕਿਉਂ ਨਹੀਂ ਗਏ, ਠੀਕ ਹੈ, ਅੱਜ ਹੀ ਕਿਉਂ ਸਪੈਸ਼ਲ ਗਏ, ਤੇ ਉਹ ਸਾਰਾ ਕੁਝ ਜਿਹੜਾ ਹੈ ਕਿ ਸਿਆਸਤ ਨਾਲ ਇੱਕ ਜੁੜਿਆ ਹੋਇਆ, ਆਪਾਂ ਕਹਿ ਸਕਦੇ ਹਾਂ ਇਹਨੂੰ ਕਿ ਉਹਦੇ ਨਾਲ ਜੁੜਿਆ ਹੋਇਆ ਵਿਸ਼ਾ ਹੈਗਾ ਇਹ। ਉਹ ਜੋ ਪੰਜਾਬੀ ਦੇ ਵਿੱਚ ਕਰਦੇ ਨੇ ਕਿਤੇ ਨਾ ਕਿਤੇ। ਹਾਂ, ਸਾਰਾ ਕੁਝ ਦੇਖੋ ਤੁਸੀਂ। ਇੱਕ ਜਿਹੜੇ ਸਾਡੇ ਕਾਨੂੰਨ ਨੇ ਜਿਨ੍ਹਾਂ ਨੂੰ ਲਾਗੂ ਕਰ ਦਿੱਤਾ ਗਿਆ ਸਰਕਾਰ ਵੱਲੋਂ, ਉਹਨਾਂ ਦੇ ਵਿਰੁੱਧ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਹੋਇਆ, ਉਹਨੂੰ ਠੱਲ ਪਾਉਣ ਦੇ ਲਈ ਹਰ ਇੱਕ ਤਰੀਕਾ, ਹੱਥਕੰਡਾ, ਕਹਿ ਦਿਓ ਯੋਜਨਾ, ਸਕੀਮਾਂ, ਸਾਰਾ ਕੁਝ ਵਰਤਿਆ ਜਾ ਰਿਹਾ ਹੈ, ਠੀਕ ਹੈ। ਪੰਜਾਬੀ ਬੋਲਣ ਵੀ ਲੱਗੇ, ਪੰਜਾਬੀਆਂ ਨੂੰ ਦੱਸਣ ਵੀ ਲੱਗੇ, ਪੰਜਾਬੀਆਂ ਨੂੰ ਬਦਨਾਮ ਵੀ ਕਰਨ ਲੱਗੇ ਹੈ। ਹੋਰਨਾਂ ਜਿਹੜੀਆਂ ਆਪਾਂ ਕਹਿ ਸਕਦੇ ਕਿ ਬੰਦਿਸ਼ਾਂ ਵਾਲੀਆਂ ਜਥੇਬੰਦੀਆਂ ਨੇ ਜਾਂ ਜਿਹੜੀਆਂ ਹਿੰਸਕ ਆਪਾਂ ਕਹਿ ਕਾਰਵਾਈਆਂ ਵਾਲੇ ਪਾਸੇ ਵੀ ਲਿਜਾਣ ਵਾਲੀਆਂ ਗੱਲਾਂ ਨੇ ਜਿਹੜੀਆਂ, ਉਹ ਕੀਤੀਆਂ ਜਾਂਦੀਆਂ ਨੇ। ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ, ਘੁਸਪੈਠ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਆ। ਲੇਕਿਨ ਇਹ ਚੀਜ਼ਾਂ ਜਿਹੜੀਆਂ ਹੁਣ ਧਾਰਮਿਕ ਤੌਰ 'ਤੇ ਆ ਕੇ ਕਿਤੇ ਨਾ ਕਿਤੇ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵੀ ਦੱਸਿਆ ਜਾਵੇ ਕਿ ਆਮ ਲੋਕਾਂ ਦੇ ਵਿੱਚ ਕਿੱਦਾਂ ਦੀ ਆਵਾਜ਼ ਜਾਂਦੀ ਹੈ। ਤੁਸੀਂ ਦੇਖਿਆ ਹੀ ਉੱਥੇ ਸੰਗਤ ਦੇ ਵਿੱਚ ਫੋਟੋ ਖਿਚਾਉਣ ਦੀ ਵੀ ਹੋੜ ਲੱਗੀ, ਕਿ ਕੁਛ ਸੰਗਤਾਂ ਦੇਖੀਆਂ ਗਈਆਂ ਕਿ ਪ੍ਰਧਾਨ ਮੰਤਰੀ ਨਾਲ ਫੋਟੋ ਖਿਚਾਈ ਜਾਵੇ। ਸੋ ਆਪਣਾ ਮਤਲਬ ਤਰੀਕਾ ਵਰਤਿਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਗ੍ਰਾਫ ਲਗਾਤਾਰ ਬੀਜੇਪੀ ਦਾ ਦੇਸ਼ ਭਰ ਦੇ ਵਿੱਚ ਥੱਲੇ ਆ ਰਿਹਾ, ਉਹਦੇ ਵਿੱਚ ਐਂ ਕਿ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਕਹਿ ਸਕਦੇ ਕਿ ਕਿਸਾਨੀ ਅੰਦੋਲਨ ਕਰਕੇ ਭਾਜਪਾ ਨੂੰ ਚਫੇਰਿਓਂ ਜਿਹੜੀ ਹੈਗੀ ਮੂੰਹ ਦੀ ਖਾਣੀ ਪੈ ਰਹੀ ਹੈ। ਲੋਕ ਪਿੰਡਾਂ 'ਚ ਨਹੀਂ ਵੜਨ ਦੇ ਰਹੇ, ਜਾਂ ਉਹਨਾਂ ਦੇ ਦਫ਼ਤਰਾਂ ਦਾ ਜਾਂ ਉਹਨਾਂ ਦੇ ਘਰਾਂ ਦਾ ਘਿਰਾਓ ਕਰ ਰਹੇ ਨੇ ਬੀਜੇਪੀ ਆਗੂਆਂ ਦਾ, ਜਾਂ ਬੀਜੇਪੀ ਨੂੰ ਕਹਿ ਰਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੂੰਹ ਨਾ ਲਾਇਓ। ਉਹਨੂੰ ਕਿਤੇ ਨਾ ਕਿਤੇ ਸੰਭਾਲਣ ਦੇ ਲਈ ਇੱਕ ਧਾਰਮਿਕ ਤੌਰ 'ਤੇ ਇੱਕ ਵਰਤਿਆ ਗਿਆ ਹੱਥਕੰਡਾ ਕਹਿ ਸਕਦੇ ਨੇ, ਸਿਆਸੀ ਹੱਥਕੰਡਾ ਕਹਿ ਸਕਦੇ ਕਿ ਨਤਮਸਤਕ ਹੋਣਾ, ਮੱਥਾ ਟੇਕਣਾ ਕੋਈ ਮਾੜੀ ਗੱਲ ਨਹੀਂ, ਜਦੋਂ ਮਰਜ਼ੀ ਜਾ ਸਕਦਾ, ਕੋਈ ਖੁੱਲ੍ਹੇ ਦਰਵਾਜ਼ੇ ਨੇ। ਲੇਕਿਨ ਇਸ ਮੌਕੇ ਆ ਕੇ ਤੁਸੀਂ ਜਾ ਕੇ ਉੱਥੇ ਮੱਥਾ ਟੇਕਦੇ ਹੋ ਤਾਂ ਇਸ ਨੂੰ ਇਸ ਸੰਦਰਭ ਦੇ ਵਿੱਚ ਜੋੜਿਆ ਜਾ ਰਿਹਾ, ਜੋੜਿਆ ਜਾਣਾ ਵੀ ਚਾਹੀਦਾ ਹੈ। ਸਿਰੋਪਾਓ ਤੇ ਵੀ ਸਵਾਲ ਉੱਠਦੇ ਨੇ, ਕਹਿੰਦੇ ਸਿਰੋਪਾਓ ਕਿਉਂ ਦਿੱਤਾ? ਬਿਲਕੁਲ। ਜਦੋਂ ਤੁਸੀਂ ਦੇਖੋ, ਇੱਕ ਪਾਸੇ ਗੱਲ ਕਰਦੇ ਸਿੱਖ ਸੰਗਤ ਦੀ ਗੱਲ ਕਰਦੇ, ਵੈਸੇ ਤਾਂ ਸਿਰੋਪਾਓ ਜਿਹੜਾ ਹੈਗਾ ਉਹ ਬਹੁਤ ਵੱਡਾ ਇੱਕ ਕਹਿ ਸਕਦੇ ਕਿ ਇੱਕ ਅਵਾਰਡ ਦੇ ਤਰ੍ਹਾਂ ਹੁੰਦਾ ਸੀਗਾ, ਜਦੋਂ ਕਿਤੇ ਦਿਆ ਜਾਂਦਾ ਹੋਣਾ ਜਾਂ ਦਿਆ ਗਿਆ ਹੈ। ਅਤੇ ਇਹ ਹੁਣ ਜਣਾ ਖਣਾ ਜਾ ਕੇ ਮੂੰਹ ਚੱਕ ਕੇ ਕੋਈ ਵੀ ਆ ਜਾਂਦਾ, ਜਿਹਨੂੰ ਕਹਿ ਦਈਏ ਆਪਾਂ, ਕੋਈ ਚਾਹੇ ਉਹਦੇ 'ਤੇ ਕੇਸ ਦਰਜ ਨੇ, ਚਾਹੇ ਉਹ ਹਰ ਰੋਜ਼ ਸਵੇਰੇ ਉੱਠ ਕੇ ਝੂਠ ਬੋਲਦਾ, ਚਾਹੇ ਉਹਦਾ ਬਿਜ਼ਨਸ ਠੱਗੀ ਠੋਰੀ ਦਾ, ਚਾਹੇ ਉਹ ਲੋਕਾਂ ਨਾਲ ਧੱਕਾ ਕਰ ਰਿਹਾ, ਆ ਕਾਨੂੰਨ ਬਣਾ ਕੇ ਧੱਕਾ ਕਰ ਰਿਹਾ, ਚਾਹੇ ਸਿਆਸਤੀ ਬੰਦਾ ਜਿਹਦੇ 'ਤੇ ਕਤਲ ਤੱਕ ਦੇ ਕੇਸ ਨੇ ਜਾਂ ਰੇਪ ਤੱਕ ਦੇ ਕੇਸ ਨੇ, ਉਹਨਾਂ ਨੂੰ ਜਦੋਂ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ, ਉਹ ਚੱਕ ਕੇ ਜਿਹੜੇ ਇੱਥੇ ਬੈਠੇ ਨੇ ਧਰਮ ਦੇ ਠੇਕੇਦਾਰ ਬਣੇ ਹੋਏ ਨੇ, ਉਹ ਚੱਕ ਕੇ ਸਰੋਪਾ ਉਹਦੀ ਬਖਸ਼ਿਸ਼ ਕਰ ਦਿੰਦੇ ਆ, ਭੇਟ ਕਰ ਦਿੰਦੇ ਆ, ਜਾਂ ਸਰੋਪਾ ਪਾ ਦਿੰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੜੀਆਂ ਆਪਾਂ ਕਹਿ ਸਕਦੇ ਹਾਂ ਕਿ ਖਾਮੀਆਂ ਨੇ।
ਇਹਨਾਂ ਨੂੰ ਦੂਰ ਕਰਨ ਦੇ ਲਈ ਸਮਾਂ ਹੋਏਗਾ, ਲੱਗੇਗਾ ਸਮਾਂ ਜਦੋਂ ਕਿਤੇ ਜਾਗਰੂਕਤਾ ਆਏਗੀ ਧਰਮ ਵਾਲੇ ਪਾਸੇ ਤੋਂ। ਪਰ ਫਿਲਹਾਲ ਜਿਹੜਾ ਉੱਥੇ ਜਾ ਕੇ ਮੱਥਾ ਟੇਕਣਾ ਹੈ, ਉਹ ਸਿੱਧੇ ਤੇ ਸਿੱਧੇ ਤੌਰ ਤੇ ਕਹਿ ਸਕਦੇ ਕਿ ਕਿਸਾਨੀ ਅੰਦੋਲਨ ਨੂੰ ਕਿਤੇ ਨਾ ਕਿਤੇ ਫੇਲ ਕਰਨ ਲਈ ਆਮ ਲੋਕਾਂ ਦੀ ਸਿੰਪਥੀ ਜਿਹੜੀ ਹਮਦਰਦੀ ਹੈ ਉਹਨੂੰ ਲੈਣ ਦੇ ਲਈ, ਤਾਂ ਕਿ ਲੋਕ ਆਮ ਲੋਕ ਨੇ ਜਿਹੜੇ ਉਹ ਉਸ ਘੋਲ ਦਾ, ਉਸ ਸੰਘਰਸ਼ ਦਾ ਹਿੱਸਾ ਬਣ ਰਹੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ, ਚਾਹੇ ਉਹ ਧਾਰਮਿਕ ਤੌਰ ਤੇ ਹੋਵੇ, ਚਾਹੇ ਸਮਾਜਿਕ ਤੌਰ ਤੇ, ਚਾਹੇ ਇਕਨੋਮਿਕਲੀ ਧੱਕਾ ਕਰਕੇ ਜਾਂ ਡਰ ਦੇ ਕੇ ਜਾਂ ਗਰੀਬ ਕਰਕੇ ਜਾਂ ਮਹਿੰਗਾਈ ਕਰਕੇ ਕਿਸੇ ਵੀ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਜਾਰੀ ਹੈ। ਉਲਝਾਉਣ ਦੀ ਵੀ ਕੋਸ਼ਿਸ਼ ਹੈ, ਜਿਵੇਂ SYL ਦਾ ਮੁੱਦਾ ਚੁੱਕਿਆ ਇਹਨਾਂ ਨੇ। ਦੇਖੋ, ਆਪਾਂ ਗੱਲ ਕਰਦੇ ਹਾਂ ਕਿ ਹਰ ਇੱਕ ਹੱਥਕੰਡਾ ਵਰਤ ਰਹੀ ਹੈ ਸਰਕਾਰ। ਇੱਕ ਗੱਲ ਇੱਥੇ ਸੁਖਵਿੰਦਰ, ਇੱਕ ਗੱਲ ਆਪਾਂ ਆਮ ਲੋਕ ਹਾਂ, ਆਪਾਂ ਇਹ ਗੱਲ ਕਰਦੇ ਹਾਂ ਕਿ ਜਿਹੜੇ ਕਾਨੂੰਨ ਹੁੰਦੇ ਨੇ ਉਹ ਲੋਕਾਂ ਲਈ ਹੁੰਦੇ ਨੇ। ਬਿਲਕੁਲ। ਲੋਕ ਕਾਨੂੰਨਾਂ ਲਈ ਥੋੜ੍ਹੀ ਹੋਣਗੇ। ਕਾਨੂੰਨ ਬਣਾਏ ਜਾਂਦੇ ਨੇ ਲੋਕਾਂ ਲਈ ਬਣਾਏ ਜਾਂਦੇ ਨੇ, ਉਹਨਾਂ ਦੀ ਸਹੂਲਤ ਵਾਸਤੇ ਬਣਾਏ ਜਾਂਦੇ ਨੇ, ਉਹਨਾਂ ਦੀ ਰੱਖਿਆ ਲਈ ਬਣਾਏ ਜਾਂਦੇ ਨੇ, ਉਹਨਾਂ ਦੀ ਸੁਰੱਖਿਆ ਲਈ ਬਣਾਏ ਜਾਂਦੇ ਨੇ, ਉਹਨਾਂ ਨੂੰ ਫਾਇਦਾ ਦੇਣ ਵਾਸਤੇ ਬਣਾਏ ਜਾਂਦੇ ਨੇ। ਪਰ ਇੱਕ ਇਹੋ ਜਿਹੀ ਸਰਕਾਰ ਹੈ ਜਿਹੜੀ ਕਹਿ ਰਹੀ ਹੈ ਕਿ ਲੋਕ ਕਾਨੂੰਨ ਲਈ ਨੇ, ਕਾਨੂੰਨ ਬਣ ਗਏ, ਲੋਕ ਬਸ ਪਾਲਣਾ ਕਰਨ, ਚਾਹੇ ਉਹਨਾਂ ਦਾ ਗਲ ਘੁੱਟਿਆ ਜਾ ਰਿਹਾ ਹੈ, ਚਾਹੇ ਉਹਨਾਂ ਦੀ ਜਾਨ ਜਾ ਰਹੀ ਹੈ, ਚਾਹੇ ਉਹਨਾਂ ਦੀ ਜ਼ਮੀਨਾਂ ਖੁੱਸ ਰਹੀਆਂ ਨੇ, ਚਾਹੇ ਉਹਨਾਂ ਦੀ ਆਮਦਨ ਖੁੱਸ ਰਹੀ ਹੈ, ਚਾਹੇ ਉਹਨਾਂ 'ਤੇ ਕੋਈ ਡੰਡਾ ਰੱਖਿਆ ਜਾ ਰਿਹਾ, ਚਾਹੇ ਉਹਨਾਂ ਦੇ ਆ ਕੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਉਹਨਾਂ ਦੇ ਸਿਰ ਤੇ ਬੈਠ ਰਹੇ ਨੇ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਉਹੀ ਗੱਲ ਹੋ ਗਈ ਨਾ ਕਿ ਜੇ ਕਹਿ ਦਿੱਤਾ ਕਿ ਸ਼ੇਰ ਨੂੰ ਕੁੱਤਾ ਹੈ ਤਾਂ ਕੁੱਤਾ ਹੈ। ਹਾਂ, ਬਸ ਜੋ ਨਹੀਂ, ਕੁੱਤਾ ਹੀ ਹੈ। ਹਾਂ, ਜੋ ਅਸੀਂ ਕਹਿਤਾ ਉਹਨੂੰ ਕਰੋ। ਪੱਥਰ ਤੇ ਲਕੀਰ ਹੈ। ਹਾਂ, ਦੇਖੋ, ਇੱਕ ਪਾਸੇ ਕਹਿੰਦੇ ਕਿ ਅਸੀਂ ਕਿਸਾਨਾਂ ਦਾ ਭਲਾ ਕਰ ਰਹੇ ਹਾਂ, ਦੂਜੀ ਗੱਲ ਕਰਦੇ ਨੇ ਸਰਕਾਰ ਆਪ ਕਰਦੀ ਹੈ। ਮੋਦੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਇਹ ਰਾਤੋਂ ਰਾਤ ਕਾਨੂੰਨ ਨਹੀਂ ਬਣੇ। ਹੁਣ ਸਵਾਲ ਇਹ ਪੁੱਛਣਾ ਚਾਹੁੰਦੇ ਹਾਂ ਅਸੀਂ ਕਿ ਜੇ ਰਾਤੋਂ ਰਾਤ ਕਾਨੂੰਨ ਨਹੀਂ ਬਣੇ ਤਾਂ ਇੰਨੀਆਂ ਕਮੀਆਂ ਕਿਵੇਂ ਰਹਿ ਗਈਆਂ? ਹੁਣ ਤੁਸੀਂ ਕਮੀਆਂ ਸੁਧਾਰਨ ਵਾਲੇ ਪਾਸੇ ਕਿਉਂ ਤੁਰਨ ਲੱਗੇ? ਬਿਲਕੁਲ, ਸੁਧਾਰ ਕਰ ਰਹੇ ਆ, ਸੋਧਾਂ ਕਰ ਰਹੇ ਆ, ਕਿਉਂ ਕਰ ਰਹੇ ਹੋ? ਜੇ ਤੁਸੀਂ ਖੇਤੀ ਮਾਹਰਾਂ ਨੂੰ ਵਿੱਚ ਬਿਠਾਇਆ ਹੁੰਦਾ, ਯੂਨੀਅਨਾਂ ਨੂੰ ਵਿੱਚ ਬਿਠਾਇਆ ਹੁੰਦਾ, ਸਾਰੇ ਦੇਸ਼ ਦੇ ਕਿਸਾਨਾਂ ਦੀਆਂ, ਉਹਨਾਂ ਦੇ ਆਗੂਆਂ ਦੀ ਪੁੱਛ-ਗਿੱਛ ਕਰੀ ਹੁੰਦੀ, ਜਾਂ ਇਹਨੂੰ ਪਹਿਲਾਂ ਇੱਕ ਟਰਾਇਲ ਬੇਸ 'ਤੇ ਲੋਕਾਂ ਦੇ ਵਿੱਚ ਪ੍ਰਚਾਰਿਆ ਜਾਂਦਾ ਕਿ ਇਸ ਤਰ੍ਹਾਂ ਦੇ ਕਾਨੂੰਨ ਲਿਆ ਸਕਦੇ ਤਾਂ ਉਹਦੇ 'ਚ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ, ਕੀ ਨੁਕਸਾਨ ਨੇ, ਕੀ ਫਾਇਦੇ ਨੇ, ਉਹਨਾਂ ਨੂੰ ਦੇਖਿਆ ਜਾਂਦਾ, ਉਹਦੇ ਸੰਦਰਭ ਦੇ ਵਿੱਚ ਜਾ ਕੇ ਕਾਨੂੰਨ ਬਣਾਏ ਜਾਂਦੇ, ਤਾਂ ਕਿਤੇ ਸੋਚਿਆ ਜਾ ਸਕਦਾ ਸੀ ਕਿ ਹਾਂ ਲੋਕਾਂ ਦੇ ਹਿੱਤ ਵਿੱਚ ਨੇ। ਪਰ ਜਿਹੜਾ ਹੁਣ ਤੁਸੀਂ ਕਹਿ ਦਿਓ ਕਿ ਹਾਂ ਜੀ ਇਹ ਤਾਂ ਬਸ ਕਾਨੂੰਨ ਬਣ ਗਏ, ਹੁਣ ਕਾਨੂੰਨ ਬਣ ਗਏ ਤੇ ਲੋਕਾਂ ਦੇ ਹਿੱਤ ਵਿੱਚ ਹੀ ਨੇ, ਅਸੀਂ ਕਹਿਤਾ, ਫਿਰ ਤੁਸੀਂ ਸੋਧਾਂ ਵਾਲੇ ਪਾਸੇ ਕਿਉਂ ਤੁਰੇ ਹੋਏ ਹੋ? ਕਿਉਂ ਸੋਧਾਂ ਕਰੀ ਜਾਂਦੇ? ਹੁਣ ਕਹਿੰਦੇ 15 ਜਿਹੜੇ ਨੁਕਤੇ ਸੀ ਉਹਨਾਂ ਦੇ ਵਿੱਚੋਂ 12-13 ਨੁਕਤਿਆਂ ਦੇ ਵਿੱਚ ਕਹਿੰਦੇ ਸੋਧਾਂ ਕਰਨੇ ਦੀ ਗੱਲ ਮੰਨ ਰਹੇ ਹੈ, ਔਰ ਇਹਦਾ ਮਤਲਬ ਆਪ ਮੰਨ ਰਹੇ ਕਿ ਖਾਮੀਆਂ ਹੈਗੀਆਂ ਨੇ, ਤੇ ਫਿਰ ਲੋਕਾਂ ਦੀ ਗੱਲ ਕਿਉਂ ਨਹੀਂ ਮੰਨੀ ਜਾਂਦੀ? ਚੁੱਪ ਕਰਕੇ ਰੱਦ ਕਿਉਂ ਨਹੀਂ ਕਰਦੇ? ਲੋਕਾਂ ਦੀ ਤਾਂ ਛੱਡੋ, ਇਹ ਤਾਂ ਆਪਣੇ ਜਿਹੜੇ ਲੀਡਰ ਨੇ ਇਹਨਾਂ ਦੇ BJP ਦੇ, ਇੱਕ ਤੁਸੀਂ ਦੇਖਿਆ ਹੋਣਾ ਕਿ ਅਖਬਾਰਾਂ ਦੀਆਂ ਸੁਰਖੀਆਂ ਵੀ ਨੇ ਕਿ ਹਰਿਆਣੇ ਦੇ ਵਿੱਚੋਂ BJP ਦੇ ਸਾਬਕਾ ਕੇਂਦਰੀ ਮੰਤਰੀ ਰਹਿ ਚੁੱਕੇ ਨੇ, ਉਹ ਵੀ ਲਗਾਤਾਰ ਬਗਾਵਤ ਜਿਹੜੀ ਆ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੀ ਸਮੱਸਿਆ ਨੂੰ ਸਮਝਣਾ ਚਾਹੀਦਾ, ਉਹ ਵੀ ਕਿਸਾਨਾਂ ਦੇ ਹੱਕ 'ਚ ਨਿੱਤਰ ਆਏ ਨੇ। ਨਾਲ ਮੈਂ ਰਾਜਸਥਾਨ ਦਾ ਮੈਟਰ ਜੋੜ ਦਿੰਦਾ, ਜਿੱਥੇ NDA ਦੀ ਇੱਕੋ ਇੱਕ ਭਾਈਵਾਲ ਜਿਹੜੀ ਆ ਉੱਥੇ ਪਾਰਟੀ ਹੈ, ਉਹਦੇ ਹਨੂਮਾਨ ਬੈਨੀਵਾਲ, ਉਹ ਵੀ ਪਾਰਟੀ ਦੇ ਵਿੱਚੋਂ, ਹਾਲਾਂਕਿ NDA ਨਾਲ ਤੋੜ ਵਿਛੋੜਾ ਨਹੀਂ ਹੋਇਆ, ਪਰ ਕਿਸਾਨਾਂ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਲੋਕ ਸਭਾ ਦੀਆਂ 3 ਕਮੇਟੀਆਂ ਨੇ ਉਹਦੇ ਵਿੱਚੋਂ ਅਸਤੀਫਾ ਦੇ ਦਿੱਤਾ। ਅਗਲੇ ਦਿਨਾਂ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਸ਼ਾਮਲ ਹੋਣ ਜਾ ਰਹੇ ਨੇ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਆਉਣ ਤੋਂ ਸਮਾਂ ਹੋਰ ਜਿਵੇਂ ਕਿਸਾਨ ਬਹੁਤ ਜ਼ਿਆਦਾ ਸੂਝ ਨਾਲ, ਜਿਵੇਂ ਸ਼ਾਂਤਮਈ ਤਰੀਕੇ ਦੇ ਨਾਲ ਜਿਵੇਂ ਅੰਦੋਲਨ ਅੱਗੇ ਵਧਾ ਰਹੇ ਨੇ, ਜਿਵੇਂ ਕਿਸਾਨੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਆਗੂਆਂ ਨੇ ਜਿਵੇਂ ਸੰਘਰਸ਼ ਨੂੰ ਬੰਨ੍ਹ ਕੇ ਰੱਖਿਆ ਹੋਇਆ, ਔਰ ਖਾਸ ਵੱਡੀ ਗੱਲ ਜਿਹੜੀ ਹੈ ਕਿ ਸਿਆਸਤਦਾਨਾਂ ਨੂੰ ਇਸ ਤੋਂ ਪਰੇ ਰੱਖਿਆ ਹੋਇਆ। ਸਮਾਂ ਆਉਣ ਤੋਂ ਹੋਰ ਥੋੜ੍ਹਾ ਜਿਹਾ ਸਮਾਂ ਲੱਗੇਗਾ, ਟਿੱਕੇ ਬੈਠੇ ਰਹਿਣ ਦਿਓ ਇਹਨਾਂ ਨੂੰ, ਤੇ ਸਾਰੀਆਂ ਪਾਰਟੀਆਂ ਨੂੰ ਥੱਲੇ ਨੂੰ ਲੰਘਣਾ ਪੈਣਾ, ਪਾਣੀ ਪੂਣਾ ਦੇ ਥੱਲੇ ਲੰਘਣਾ ਪਊਗਾ, ਉਹ ਲੰਘੇਗਾ ਜ਼ਰੂਰ। ਉਹ ਇਹਨਾਂ ਨੂੰ ਸੰਘਰਸ਼ ਦੇ ਵਿੱਚ ਆ ਕੇ ਬੈਠਣਾ ਪਏਗਾ, ਚਾਹੇ BJP ਦੇ ਆਗੂ ਕਿਉਂ ਨਾ ਹੋਣ। ਜਿਵੇਂ ਕੱਲ ਮੈਂ ਸੁਣ ਰਿਹਾ ਸੀ, ਇੱਕ TV ਦੇ ਵਿੱਚ ਬਿਆਨ ਆ ਰਿਹਾ ਸੀਗਾ ਹਰਿਆਣੇ ਦੇ ਲੋਕਾਂ ਦਾ, ਉਹ ਆਮ ਲੋਕਾਂ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕੋਈ ਚੈਨਲ, ਉਹ ਲੋਕ ਬੋਲ ਰਹੇ ਸੀ, ਕਹਿੰਦੇ ਸਾਨੂੰ ਮੋਦੀ ਨੇ ਵੋਟਾਂ ਨਹੀਂ ਦੇਣੀਆਂ ਤੁਹਾਨੂੰ। ਕੋਈ ਬੰਦੇ ਦਾ ਘਰਾਓ ਕਰ ਰਹੇ ਸੀ, ਕੋਈ ਲੀਡਰ ਸੀ, ਉਹਦਾ ਬੇਟਾ ਗਿਆ ਹੋਣਾ ਲੋਕਾਂ ਦੇ ਵਿੱਚ, ਉਹ ਕਹਿੰਦੇ ਤੁਹਾਨੂੰ ਮੋਦੀ ਨੇ ਵੋਟਾਂ ਨਹੀਂ ਪਵਾਉਣੀਆਂ, ਵੋਟਾਂ ਅਸੀਂ ਦੇਣੀਆਂ ਨੇ, ਸਾਡੇ ਕੋਲ ਆਉਣਾ, ਤੁਸੀਂ ਸਾਡੇ ਤੇ ਕਾਨੂੰਨ ਮੜ ਰਹੇ ਹੋ ਤਾਂ ਫਿਰ ਵੋਟਾਂ ਲੈਣ ਕਿਹਦੇ ਕੋਲ ਜਾਓਗੇ? ਇਹ ਆਉਣ ਦੋ ਸਮਾਂ, ਇਹ ਆਉਣ ਵਾਲਾ ਤਿਆਰ ਹੀ ਹੈ। ਇਹਨਾਂ ਨੂੰ ਆ ਕੇ ਉੱਥੇ ਅੰਦੋਲਨ ਦੇ ਵਿੱਚ ਬੈਠਣਾ ਪੈਣਾ, ਔਰ ਕਾਨੂੰਨ ਰੱਦ ਕਰਨੇ ਪੈਣੇ ਹੈ। ਜੇ ਇਹ ਨਹੀਂ ਰੱਦ ਕਰਨਗੇ, ਇਹ ਜਿੱਦਾਂ ਜਨ ਅੰਦੋਲਨ ਬਣ ਗਿਆ, ਇਹ ਜਿੱਦਾਂ ਵਿਸ਼ਵ ਪੱਧਰ ਤੇ ਫੈਲ ਗਿਆ ਇਹ, ਤਾਂ ਸਰਕਾਰ ਨੂੰ ਵੀ ਖਤਰਾ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਰਾਸ਼ਟਰ ਦਾ ਮੁੱਦਾ ਬਣ ਜਾਏਗਾ। ਅਗਲੀ ਗੱਲ, ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ ਕਿ
ਆੜਤੀਆਂ ਦੇ ਉੱਤੇ ਲਗਾਤਾਰ ਛਾਪੇ ਮਾਰੇ ਜਾ ਰਹੇ ਨੇ, ਉਹ ਵੀ ਜਦੋਂ ਪੰਜਾਬ ਪੁਲਿਸ ਵਿੱਚ ਉਹਨੂੰ ਇੰਟੀਮੇਟ ਨਹੀਂ ਕੀਤਾ, ਉਹਨਾਂ ਨੂੰ ਦੱਸਿਆ ਨਹੀਂ, ਤੇ ਸਿੱਧੇ ਤੌਰ ਤੇ ਜਿਹੜੀ ਲਿਆ ਕੇ ਇਹਨਾਂ ਨੇ ਕੇਂਦਰੀ ਬਲ ਦੇ ਨਾਲ ਉਹਨਾਂ ਦੇ ਘਰਾਂ ਦੇ ਬਾਹਰ ਤਾਇਨਾਤ ਕਰਕੇ ਛਾਪੇ ਮਾਰੇ ਇਨਕਮ ਟੈਕਸ ਦੇ, ਉਹਨੂੰ ਸਾਰੇ ਨੂੰ ਕਿੱਦਾਂ ਦੇ ਦਿਓ? ਕਿਸਾਨਾਂ ਨੇ ਤਾਂ ਇਹ ਵੀ ਕਹਿਤਾ ਕਿ ਅਸੀਂ ਇਨਕਮ ਟੈਕਸ ਦੇ ਦਫ਼ਤਰ ਘੇਰ ਲਾਂਗੇ ਅਗਲੇ ਦਿਨਾਂ ਦੇ ਵਿੱਚ। ਬਿਲਕੁਲ, ਉਹਨਾਂ ਨੇ ਜਿੱਦਾਂ ਦੀ ਹੁਣ ਕਾਰਵਾਈਆਂ ਕਰਨਗੇ, ਇਹ ਹਰ ਇੱਕ ਨੂੰ ਡਰਾਉਣ ਦੀ ਗੱਲ ਤਾਂ ਕਰਨਗੇ, ਉਹਨਾਂ ਦੇ ਘਰਾਂ ਤੱਕ ਜਾਣਗੇ। ਸੈਂਟਰ 'ਚ ਪਾਵਰ ਹੈਗੀ ਹੈ, ਓਪੋਜੀਸ਼ਨ ਕੋਈ ਹੈ ਨਹੀਂ, ਮਨਮਾਨੀਆਂ ਕਰ ਰਹੇ ਨੇ। ਇਹ ਸਾਫ਼ ਜੀ ਗੱਲ ਹੈ ਕਿ ਘਰਾਣਿਆਂ ਨੂੰ ਜਿਹੜਾ ਹੈਗਾ, ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਨੂੰ ਫਾਇਦਾ ਦੇਣ ਵਾਸਤੇ ਇਹ ਲੋਕਾਂ ਦਾ ਗਲ ਘੁੱਟ ਰਹੇ ਨੇ। ਆਪ ਇਸ ਗੱਲ ਦਾ ਸਬੂਤ ਦੇ ਰਹੇ ਨੇ। ਹਰ ਇੱਕ ਕਾਰਵਾਈ ਸੈਂਟਰ ਗੌਰਮੈਂਟ ਦੀ, ਹਰ ਇੱਕ ਕਾਰਵਾਈ ਸੁਖਵਿੰਦਰ ਜੀ ਇਹ ਸਬੂਤ ਪੇਸ਼ ਕਰ ਰਹੀ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਹੀ ਕਾਨੂੰਨ ਬਣਾ ਰਹੇ ਨੇ, ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ। ਤੁਸੀਂ ਦੇਖੋਗੇ ਕਿ ਅਡਾਨੀ ਵਰਗੇ ਜਿਹੜੇ ਹੈਗੇ ਨੇ ਉਹ ਸਫਾਈਆਂ ਪੇਸ਼ ਕਰ ਰਹੇ ਨੇ। ਬਿਲਕੁਲ, ਉਹ ਆਪਣੀਆਂ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਦੱਸ ਰਹੇ ਕਿ ਅਡਾਨੀ ਗਰੁੱਪ ਨੇ ਕਦੇ ਕਿਸਾਨਾਂ ਤੋਂ ਸਿੱਧੀ ਫਸਲ ਨਹੀਂ ਚੱਕੀ, ਉਹ ਤਾਂ ਸਿਰਫ ਸਟੋਰੇਜ ਪ੍ਰੋਵਾਈਡ ਕਰਵਾਉਂਦਾ ਹੈ, ਜਾਂ ਉਹਨਾਂ ਦੀਆਂ ਜਿਹੜੀ ਕੰਟਰੈਕਟ ਫਾਰਮਿੰਗ ਆ ਉਹਦੇ ਨਾਲ ਕੋਈ ਸੰਬੰਧ ਨਹੀਂ। ਇਸ ਤਰ੍ਹਾਂ ਦੇ ਜਿਹੜੇ ਐਡਵਰਟਾਈਜ਼ਮੈਂਟ ਕਰ ਰਿਹਾ ਹੈ, ਉਹਨੂੰ ਕਿਉਂ ਕਰਨ ਦੀ ਲੋੜ ਪੈ ਗਈ? ਬਿਲਕੁਲ, ਜੇ ਉਹ ਨਹੀਂ ਕਰ ਰਿਹਾ ਤਾਂ ਆਰਾਮ ਨਾਲ ਬੈਠੇ, ਉਹਨੂੰ ਕੀ ਦਿੱਕਤ ਹੈ? ਨਾ ਉਹਦਾ ਬਿਜ਼ਨਸ ਲੈਣਾ ਦੇਣਾ ਨਹੀਂ, ਫਿਰ ਬੋਲਣ ਦੀ ਲੋੜ ਨਹੀਂ। ਜਦੋਂ ਬਿਜ਼ਨਸ ਹੀ ਨਹੀਂ ਉਸਦਾ, ਜਿਹੜੀ ਚੀਜ਼ ਹੈ ਇੱਥੇ ਗਰਦਾਨੀ ਜਾ ਰਹੀ ਹੈ ਕਿ ਅਡਾਨੀ ਇਹ ਕੰਮ ਕਰਦਾ ਹੈ, ਉਹ ਉਹਦਾ ਬਿਜ਼ਨਸ ਨਹੀਂ, ਉਹਨੂੰ ਕੀ ਲੈਣਾ? ਉਹਦੇ ਕਿਹੜਾ ਬਿਜ਼ਨਸ 'ਚ ਘਾਟਾ ਪੈ ਜਾਊਗਾ ਜੇ ਇਹ ਗੱਲ ਪ੍ਰਚਾਰ ਹੋ ਰਹੀ ਹੈ? ਕਿਉਂਕਿ ਸੰਬੰਧ ਨਹੀਂ। ਅਲੀ ਬਾਬਾ 40 ਚੋਰ, ਹਾਂ, ਉਹ ਸਾਰੇ ਰਲੇ ਮਿਲੇ ਕੋਈ ਤਾਂ ਹੈਗਾ ਤਿੰਨਾਂ ਤੇਰਾਂ ਦੇ ਵਿੱਚ। ਹਾਂ ਬਿਲਕੁਲ, ਕਹਿ ਰਹੀ ਹੈ ਸਰਕਾਰ ਕਿ ਤੁਸੀਂ ਹੁਣ ਮੌਕਾ, ਹੁਣ ਚਾਰੇ ਪਾਸਿਓਂ ਘਿਰੀ ਹੋਈ ਹੈ ਸਰਕਾਰ, ਉਹ ਕਿਸੇ ਨਾ ਕਿਸੇ ਪਾਸਿਓਂ ਚਾਹੁੰਦੀ ਹੈ ਕਿ ਕਿਸੇ ਤਰੀਕੇ ਜਿਹੜੀ ਹੈਗੀ ਹੈ ਆਲੇ ਦੁਆਲੇ ਜਿਹੜੀ ਕੰਧ ਬਣ ਗਈ ਹੈ ਕਿਸਾਨ ਯੂਨੀਅਨ ਜਥੇਬੰਦੀਆਂ ਦੀ, ਜਿਹੜੀ ਇੱਕ ਸੰਘਰਸ਼ ਦੇ ਦੁਆਲੇ ਵਲਤੀ ਆ ਉਹਨਾਂ ਨੇ, ਸ਼ਾਂਤਮਈ ਕੰਧ ਵਲਤੀ, ਉਹਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਹੈ, ਕਿਸੇ ਤਰੀਕੇ ਹੋ ਜਾਵੇ, ਚਾਹੇ ਉਹ ਕਾਰਪੋਰੇਟ ਘਰਾਣਿਆਂ ਦੇ ਥਾਈਂ ਕਰੇ ਜਾਵੇ। ਉਹ ਕਹਿੰਦੇ ਨੇ ਆਮ ਲੋਕਾਂ ਨੂੰ ਅਸੀਂ ਭਰਮਾ ਲਈਏ, ਸਾਡੀਆਂ ਗੱਲਾਂ ਦੇ ਵਿੱਚ ਆ ਜਾਣ ਆਮ ਲੋਕ, ਅਸੀਂ ਜਿਵੇਂ ਕਹਿ ਨਹੀਂ ਸਕਦੇ ਕਿ ਹਾਈਜੈਕ ਕਰ ਲਈਏ, ਲੋਕਾਂ ਨੂੰ ਇੱਕ ਪਾਸੇ ਲੈ ਆਈਏ, ਅਸੀਂ ਸਾਡੇ ਇਹ ਬੈਠੇ ਰਹਿਣ ਦਿਓ। ਨਹੀਂ ਭਾਈ, ਹੁਣ ਉਹ ਸਮਾਂ ਚਲਾ ਗਿਆ, ਆਮ ਲੋਕ ਆ ਗਿਆ, ਆਮ ਲੋਕ ਉੱਥੇ ਸੰਘਰਸ਼ ਦੇ ਵਿੱਚ ਚਲਾ ਗਿਆ। ਇਹ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ। ਅਡਾਨੀਆਂ ਦੇ ਇਸ ਤਰ੍ਹਾਂ ਦੇ ਬਹਿਕਾਵੇ ਵਿੱਚ ਨਾ ਲੋਕ ਆਏ ਨੇ, ਨਾ ਆਉਣਗੇ। ਬਿਲਕੁਲ, ਗੱਲ ਜਿਹੜੀ ਹੈ ਉਹ ਹੁਣ ਅੱਗੇ ਸ਼ਾਇਦ ਵੱਧਦੀ ਨਜ਼ਰ ਆ ਰਹੀ ਹੈ। ਕਿਸਾਨ ਕਹਿੰਦੇ ਨੇ ਕਿ ਹੁਣ ਹਾਂ ਜਾਂ ਨਾ ਤਾਂ ਅਸੀਂ ਇੱਕ ਬੇਸਿਕ ਸਿੰਬਲ ਤੌਰ ਤੇ ਕਿਹਾ ਸੀਗਾ ਕਿ ਤੁਸੀਂ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ, ਤੇ ਹੁਣ ਸੁਪਰੀਮ ਕੋਰਟ ਦੇ, ਜਿਵੇਂ ਕਿਸਾਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਰਾਹੀਂ ਜਿਹੜਾ ਉੱਥੇ ਜਵਾਬ ਹੈ ਉਹ ਵੀ ਸਾਨੂੰ ਦੇਣਾ ਪੈਣਾ। ਤੇ ਦੂਜੇ ਪਾਸੇ ਸਰਕਾਰ ਦੇ ਵਿੱਚ ਕਹਿੰਦੇ ਕਿਤੇ ਨਾ ਕਿਤੇ ਹੁਣ ਘਬਰਾਹਟ ਹੈ ਇਸ ਗੱਲ ਨੂੰ ਲੈ ਕੇ, ਸਰਕਾਰ ਬੁਰੀ ਤਰ੍ਹਾਂ ਘਬਰਾਈ ਹੋਈ ਹੈ। ਇਸ ਲਈ ਲਗਾਤਾਰ ਸਫਾਈਆਂ ਪੇਸ਼ ਹੋ ਰਹੀਆਂ ਪੰਜਾਬੀ ਅਖਬਾਰਾਂ ਦੇ ਵਿੱਚ, ਜਿਹੜੇ ਉਹ ਲਗਾਤਾਰ ਐਡਸ ਦਿੱਤੀਆਂ ਜਾ ਰਹੀਆਂ, ਜਾਂ ਜਿਵੇਂ ਨਰਿੰਦਰ ਤੋਮਰ ਪੰਜਾਬੀ ਦੇ ਵਿੱਚ ਚਿੱਠੀ ਵੀ ਜਾਰੀ ਕਰਦੇ ਨੇ। ਇਹ ਸਾਰਾ ਕੁਝ ਭਰਮਾਉਣ ਦੇ ਯਤਨ ਨੇ। ਜਿਵੇਂ ਕਿਸਾਨ ਜਥੇਬੰਦੀਆਂ ਕਹਿ ਰਹੇ ਨੇ ਕਿ ਸਰਕਾਰ ਘਬਰਾਈ ਹੋਈ ਆ, ਇੱਕ ਪਾਸੇ ਇਹਨਾਂ ਨੇ ਬੰਦਾ ਛੱਡਿਆ ਹੋਇਆ ਧਮਕੀਆਂ ਦੇਈ ਜਾਂਦਾ ਕਿ ਜੋ ਕਰਨਾ ਕਰ ਲੈਣਾ, ਕਾਨੂੰਨ ਨਹੀਂ ਰੱਦ ਹੁੰਦੇ। ਇੱਕ ਪਾਸੇ ਮੋਦੀ ਜਿਹੜੇ ਹੈਗੇ ਹੱਥ ਜੋੜ ਕੇ ਕਹੀ ਜਾਂਦੇ, ਬੇਨਤੀ ਕਰ ਰਹੇ ਹਾਂ ਮੈਂ ਕਿਸਾਨਾਂ ਨੂੰ, ਉਹਨਾਂ ਦੇ ਪੱਖ 'ਚ ਹੈ। ਇੱਕ ਪਾਸੇ ਚਿੱਠੀਆਂ ਕੱਢ ਕੇ, ਇੱਕ ਪਾਸੇ ਘਰਾਣਿਆਂ ਤੋਂ ਐਡਵਰਟਾਈਜ਼ਮੈਂਟ ਕਰਵਾ ਕੇ, ਇੱਕ ਪਾਸੇ ਖਾਲਿਸਤਾਨੀ, ਵਾਮਪੰਥੀ, ਨਕਸਲਵਾੜੀ ਜਾਂ ਇੱਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਉਹ ਕੀਤਾ ਜਾ ਰਿਹਾ। ਇੱਕ ਪਾਸੇ ਆੜਤੀਆਂ 'ਤੇ ਹਮਲੇ ਕਰਵਾਏ ਜਾ ਰਹੇ ਨੇ ਜਿਹੜੇ ਕਰ ਵਿਭਾਗ ਦੇ ਨੇ, ਇਨਕਮ ਟੈਕਸ ਵਿਭਾਗ ਦੇ। ਤੇ ਇੱਕ ਪਾਸੇ ਕਿਹਾ ਜਾਂਦਾ ਕਿ ਜਿਵੇਂ ਬੈਂਕਾਂ ਤੋਂ ਫੋਨ ਕਰਵਾਏ ਜਾਂਦੇ ਨੇ ਕਿ ਬਾਹਰੀ ਫੰਡ ਆ ਰਿਹਾ, ਜਿਹੜਾ ਯੂਨੀਅਨ ਨੂੰ ਬੰਦ ਕਰਾਇਆ ਜਾਵੇ, ਵਿਦੇਸ਼ ਦੀ ਜਿਹੜੀ ਵਿਦੇਸ਼ੋਂ ਫੰਡ ਆਉਂਦੇ ਉਹ ਕੇਂਦਰ ਦੀ ਪ੍ਰਵਾਨਗੀ ਲਈ ਜਾਵੇ। ਮਤਲਬ ਚੁਪੇਰਿਓਂ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਹੱਥ ਨਹੀਂ ਪੈ ਰਿਹਾ। ਇਹ ਚਿੱਠੀਆਂ ਕੱਢਣੀਆਂ, ਤੁਸੀਂ ਚਿੱਠੀਆਂ ਦੇ ਵਿੱਚ ਜਿਹੜੇ ਨੁਕਤੇ ਪਾ ਰਹੇ ਨੇ ਉਹਨਾਂ ਨੂੰ ਕੱਲ੍ਹ ਕੰਡੈਮ ਕਰ ਹੀ ਦਿੱਤਾ ਕਿਸਾਨ ਜਥੇਬੰਦੀਆਂ ਨੇ। ਉਹ ਕਹਿ ਰਹੇ ਨੇ ਕਿ ਤੁਸੀਂ ਜਿਹੜੀ ਗੱਲ ਕਰਦੇ ਹੋ ਉਹਨੂੰ ਸਾਬਤ ਤਾਂ ਕਰ ਦਿਓ। ਸਾਬਤ ਕਿੱਥੇ ਕਰਨ? ਉਹੀ ਗੱਲਾਂ ਮੀਟਿੰਗ 'ਚ ਹੋਈਆਂ ਨੇ, ਮੀਟਿੰਗ ਦੇ ਵਿੱਚ ਤੁਸੀਂ ਜਵਾਬ ਨਹੀਂ ਦੇ ਸਕੇ। ਹੁਣ ਚਿੱਠੀ ਪਾ ਕੇ ਕਿਹਨੂੰ ਦੱਸਣਾ ਚਾਹੁੰਦੇ ਹੋ? ਬਿਲਕੁਲ, ਕਿਸਾਨਾਂ ਨੇ ਇੱਕ ਹੋਰ ਇਹਨਾਂ ਤੋਂ ਜਵਾਬ ਮੰਗਿਆ ਨਾ, ਕਹਿੰਦੇ ਨੇ ਕਿ ਇਹ ਕਾਨੂੰਨ ਅੱਜ ਦੇ ਨਹੀਂ ਬਣੇ। ਉਹ ਕਹਿੰਦੇ ਫਿਰ ਇਹ ਦੱਸ ਦਿਓ ਵੀ ਹੁਣ ਤੱਕ ਕਿੰਨੀ ਵਾਰੀ ਤੁਸੀਂ ਕਿਸਾਨਾਂ ਨੂੰ ਸੱਦ ਕੇ ਇਹਦੇ ਉੱਤੇ ਗੱਲ ਕੀਤੀ ਆ, ਜਦੋਂ ਲਾਗੂ ਕਰਨ ਤੋਂ ਪਹਿਲਾਂ ਕਿੰਨੀ ਵਾਰੀ ਕਿਸਾਨਾਂ ਤੋਂ ਸਲਾਹ ਲਈ? ਇੱਕ ਵਾਰ ਵੀ ਦੇਖੋ, ਲਾਜਵਾਬ ਹੋਈ ਸਰਕਾਰ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਫਾਇਦੇ ਦੇ ਲਈ ਤੁਸੀਂ ਕਾਨੂੰਨ ਬਣਾ ਰਹੇ ਹੋ ਉਹ ਚਾਹੁੰਦੇ ਹੀ ਨਹੀਂ। ਬਿਲਕੁਲ, ਫਿਰ ਤੁਸੀਂ ਰੱਦ ਕਿਉਂ ਨਹੀਂ ਕਰ ਰਹੇ? ਉਹ ਗੱਲ ਬਾਰ-ਬਾਰ ਪੁੱਛਦੇ ਨੇ, ਭਾਈ ਰੱਦ ਕਰਨ 'ਚ ਨੁਕਸਾਨ ਦੱਸ ਦਿਓ ਕੀ ਆ, ਨੁਕਸਾਨ ਹੀ ਦੱਸ ਦਿਓ ਵੀ ਭਾਈ ਸਾਡਾ ਨੁਕਸਾਨ ਆਹ ਆ, ਸਰਕਾਰ ਦਾ ਨੁਕਸਾਨ ਹੁੰਦਾ, ਦੇਸ਼ ਦਾ ਨੁਕਸਾਨ ਹੁੰਦਾ, ਅਸੀਂ ਤਾਂ ਨਹੀਂ ਰੱਦ ਕਰ ਰਹੇ। ਨਾ ਤਾਂ ਉਹ ਦੱਸਣ ਚਾਹੁੰਦੇ ਨੇ। ਗੱਲ ਕਿਹੜੀ ਸੀਗੀ? ਸਵਾਮੀਨਾਥਨ ਰਿਪੋਰਟ ਤੁਸੀਂ ਲਾਗੂ ਕਰਦੇ। ਇਹਨਾਂ ਕਾਨੂੰਨਾਂ ਦੀ ਬਜਾਏ ਜਿਹੜੀ ਰਿਪੋਰਟਾਂ ਮੰਗਦੇ ਨੇ ਕਿਸਾਨ, ਜਿਨ੍ਹਾਂ ਦੀ ਉਹਨਾਂ ਦੇ ਹੱਕੀ ਮੰਗਾਂ ਨੇ, ਉਹ ਕਰਦੇ, ਕਰਜ਼ੇ ਮਾਫ ਕਰਦੇ, ਖੁਦਕੁਸ਼ੀਆਂ ਘਟਾਉਂਦੇ, ਸਬਸਿਡੀਆਂ ਦਿੰਦੇ, ਉਹਨਾਂ ਦੇ ਜਿਹੜੀ ਖੇਤੀਬਾੜੀ ਦੀ ਜਿਹੜੀ ਮਾਰਕੀਟਿੰਗ ਹੈ ਉਹਨੂੰ ਹੋਰ
ਵਧੀਆ ਬਣਾਉਂਦੇ, ਉਹ ਸਰਕਾਰੀ ਖੇਤੀਬਾੜੀ ਜਿਹੜੀ ਸਰਕਾਰੀ ਮਾਰਕੀਟਿੰਗ ਹੈ ਉਹਨੂੰ ਵਧੀਆ ਬਣਾਉਂਦੇ, ਮੰਡੀਆਂ ਦੇ ਵਿੱਚ ਪ੍ਰਬੰਧ ਅੱਛੇ ਕਰਦੇ, ਇਹ ਤਾਂ ਚਲੋ ਮੰਨਦੇ ਅਸੀਂ ਕਿ ਇਹ ਕਿਸਾਨਾਂ ਦੇ ਹਿੱਤ 'ਚ ਹੈ। ਜਿਹੜੀ ਚੀਜ਼ ਉਹਨਾਂ ਦੇ ਹਿੱਤ 'ਚ ਹੈ ਹੀ ਨਹੀਂ, ਤੁਸੀਂ ਧੱਕੇ ਨਾਲ ਥੋਪ ਰਹੇ ਹੋ, ਠੀਕ ਹੈ, ਉਹ ਕਿਵੇਂ ਕਹਿ ਸਕਦੇ ਨੇ ਕਿ ਸਾਡੇ ਹਿੱਤ 'ਚ ਨਹੀਂ ਹੈਗੇ, ਸਾਨੂੰ ਤੁਸੀਂ ਦੇ ਦਿਓ। ਉਹ ਮੰਗ ਕਰਦੇ ਰੱਦ ਕਰਨ ਦੀ, ਤੇ ਤੁਸੀਂ ਕਹੀ ਜਾਂਦੇ ਸੋਧਾਂ ਕਰਕੇ ਸਾਡਾ ਨਵਾਂ ਬਿੱਲ ਬਸ ਲੈ ਲਓ। ਸਰਕਾਰ ਜਿਹੜੀ ਉਹ ਲਗਾਤਾਰ ਆਪਣੇ ਜਿਹੜੇ ਉਹ ਫੈਸਲੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਦੇ ਲਈ ਫਿਲਹਾਲ ਇੰਨਾ ਹੀ। ਅਗਲੀ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਨਵੇਂ ਵਿਸ਼ੇ ਦੇ ਉੱਤੇ, ਨਵੇਂ ਮੁੱਦੇ ਨੂੰ ਲੈ ਕੇ। ਤੁਸੀਂ ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।